कथा विचार धੰन ਸਾਹਿਬ श्री गुरु ग्रंथ साहिब जी महाराज की बाणी की सरवण कर रहे हैं। अज जो सानू सतगुरु जी सिक्ख्या बख्शिश करते हैं, साहिब जी का फरमान है, आपन तन नहीं काको जाको गरबा, राज मिलख नहीं आपन दरबा। सतगुरु सच्चे पातशाह जी सानू समझाउणा करते हैं, हे भाई आ जिहड़ा तन शरीर है ना, ये भी अपना नहीं है जिहदा मैं गर्व करदा। जे तन मेरा शरीर मेरा नहीं है तो महाराज कहते ने आ जिहड़ी धीआं पुत्र राज प्रॉपर्टी ये तेरे किद्दां हो जाणगे। ये तो आपो अपने कर्मां दे लेखे दे बद्धे तुरे करते सारे। महाराज कहते ने पूर्व जन्म के मिले संजोगी अंत है को न सहाई। महाराज सच्चे पातशाह जी कहते ने बंदिया जाग, कभी विचार करके वेख। गुरु कहता जाग, जाग ले हो रे मना जाग ले हो, कहाँ गाफल सोया, जो तन उपजे संग ही सो ही संग न होया, होर की संग होया। सतगुरु सच्चे पातशाह जी कहते लंका गढ़ सोने का भया, मूर्ख रावण क्या ले गया। असी तो इतने मूर्ख रावण नहीं कही जाते, जो अर्थ करते मेरे वर्गे कई बाबे, मूर्ख रावण की लै गया। रावण नूं मूर्ख नहीं किया महाराज ने, रावण की ते उस्तत की। अगर जे इस भारत दे विच सब तो पहला हुण ते बड़े लोग रावण के हक विच खड़ जाते हैं। सब तो पहला जे रावण दे नाल कोई इंसाफ किया तो वह धन गुरु अर्जन देव जी महाराज ने जदों एक मिसाल दिती, गए ने सतगुरु प्रचार दौरे ते लाहौर, लाहौर दीयां संगतां सतगुरां दा सत्संग कराउंदियां, दीवान लवाउंदियां, कथा विचारां सरवण करदियां, महल्लियां दे विच अपनियां पत्तियां दे विच सतगुरु जी दे दीवान लवा के कथा सरवण करदे। कुछ ऐसे घराने जिहड़े अपने घरां विच भी कराउंदे ने। रोज कोई ना कोई गुरु साहिब जी का प्रशादा वरजदा है, संगत समेत गुरु जी संगतां दे गृह विच प्रशादे छकण जाते हैं। उस लाहौर शहर दे विच दो तरखान प्यो पुत्र तरखानी का काम करते, तरखाना के बच्चे है। एक का नाम सम्मन आ ते एक का नाम है मूसन। मूसन पुत्र है, सम्मन जिहड़ा है वह बाप है, तरखान है गरीब है। सिक्खी की भावना बड़ी अंदर, गुरु नाल प्रेम बहुत आ, पक्के गुरसिख आ। गुरु सत्संग सुन रोज आते हैं। सुन सुन नाम तुम्हारा प्रीतम, प्रभ पेखन का चाओ। महाराज सच्चे पातशाह जी कहते हैं सुन सुन के बंदे दे अंदर एक ये प्यार जाग जाता, गुरु नूं मिलन दा भावना जाग जाती है। जदों असी गुरु दे दर दे आके गुरु की गल सुनते। घरे गए ने, बेटा नौजवान है मूसन। उस मूसन ने
ਆਪਣੇ ਪਿਤਾ ਸੰਮਨ ਨੂੰ ਬੇਨਤੀ ਕੀਤੀ, ਪਿਤਾ ਜੀਓ ਆਪਾਂ ਵੀ ਗੁਰਸਿੱਖ ਹਾਂ ਤੇ ਆਪਾਂ ਵੀ ਗੁਰੂ ਸਾਹਿਬ ਜੀ ਦਾ ਪ੍ਰਸ਼ਾਦਾ ਵਰਜੀਏ, ਘਰੇ ਲੰਗਰ ਛਕਾਈਏ ਸੰਗਤ ਨੂੰ, ਗੁਰੂ ਨੂੰ। ਪਿਤਾ ਕਹਿਣ ਲੱਗਾ, ਬੇਟਾ ਇਹ ਤੇ ਉਹਦਾ ਦਿੱਤਾ ਹੀ ਆ, ਆਪਣੇ ਵਿੱਚ ਸਮਰੱਥਾ ਨਹੀਂ ਹੈ ਸੰਗਤ ਸਮੇਤ ਗੁਰੂ ਸਾਹਿਬ ਜੀ ਨੂੰ ਭੋਜਨ ਛਕਾ ਸਕੀਏ, ਆਪਣੇ 'ਚ ਸਮਰੱਥਾ ਨਹੀਂ ਹੈ। ਕਈ ਸਾਲਾਂ ਤੋਂ ਬਾਣੀਏ ਨਾਲ ਲਿਹਾਜ਼ ਸੀ, ਬੇਨਤੀ ਕੀਤੀ ਪਿਤਾ ਨੂੰ, ਪਿਤਾ ਜੀ ਫਲਾਂ ਬਾਣੀਆ ਜਿਹੜਾ ਉਹਦੇ ਕੋਲੋਂ ਆਪਾਂ ਰਾਸ਼ਨ ਅੱਗੇ ਵੀ ਤਾਂ ਲੈਂਦੇ ਹੀ ਆ, ਹੁਣ ਵੀ ਉਹਦੇ ਨਾਲ ਕਰ ਲਈਏ ਰਾਸ਼ਨ ਪਾਣੀ, ਉਧਾਰ ਲੈ ਲਈਏ, ਵਿਆਜ ਸਮੇਤ ਉਹਨੂੰ ਕਿਸ਼ਤਾਂ ਕਰਕੇ ਮੋੜੀ ਜਾਵਾਂਗੇ ਕਮਾਈ ਕਰ ਕਰਕੇ। ਪੁੱਤਰ ਦੀ ਭਾਵਨਾ ਨੂੰ ਦੇਖ ਕੇ ਪਿਤਾ ਦਾ ਸੀਨਾ ਜਿਹੜਾ ਸੀ ਗਦਗਦ ਹੋ ਗਿਆ। ਕਹਿਣ ਲੱਗਾ, ਬੇਟਾ ਗੁਰੂ ਕਿਰਪਾ ਕਰੇਗਾ, ਚੱਲ ਆਪਾਂ ਬਾਣੀ ਕੋਲ ਜਾਂਦੇ। ਯਾਦ ਰੱਖਣਾ ਉਦੋਂ ਹਕੂਮਤਾਂ ਰਾਜਿਆਂ ਦੀਆਂ ਸਨ, ਨਾ ਕਿਸੇ ਕਿਸਾਨ ਕੋਲ ਮਲਕੀਅਤ ਸੀ ਆਪਦੀ ਜ਼ਮੀਨ, ਨਾ ਕਿਸੇ ਮਜ਼ਦੂਰ ਕੋਲ ਕੋਈ ਘਰ-ਬਾਰ ਸੀ ਮਲਕੀਅਤ, ਸਭ ਸਰਕਾਰ ਦਾ ਹੁੰਦਾ ਸੀ, ਰਹਿਣ ਬਸੇਰੇ ਲਈ ਮਿਲਦਾ ਸੀ। ਹੁਣ ਬਾਣੀਏ ਕੋਲ ਗਏ ਨੇ, ਬਾਣੀਏ ਨੂੰ ਜਾ ਕੇ ਸਾਰੀ ਵਿਵਸਥਾ ਦੱਸੀ ਹੈ। ਬਾਣੀਏ ਨੇ ਕਿਹਾ, ਗਿਰਵੀ ਕੀ ਰੱਖੋਗੇ? ਹੁਣ ਗਿਰਵੀ ਰੱਖਣ ਨੂੰ ਤੇ ਕੁਝ ਵੀ ਨਹੀਂ ਹੈਗਾ, ਗਹਿਣੇ ਰੱਖਣ ਨੂੰ ਕੁਝ ਵੀ ਨਹੀਂ ਹੈਗਾ ਸਾਡੇ ਕੋਲ, ਅਸੀਂ ਗੁਰੂ ਕੇ ਸਿੱਖ ਹਾਂ ਤੇ ਅਸੀਂ ਜ਼ਬਾਨ ਗਿਰਵੀ ਰੱਖਦੇ ਹਾਂ, ਤੁਹਾਡਾ ਪਾਈ ਪਾਈ ਹਿਸਾਬ ਕਰਾਂਗੇ ਵਿਆਜ ਸਮੇਤ। ਉਹਨਾਂ ਦੇ ਤਰਲੇ ਕਰਨ ਤੇ ਮਿੰਨਤਾਂ ਕਰਨ ਤੇ ਉਹ ਬਾਣੀਏ ਨੇ ਹਾਂ ਕਰ ਦਿੱਤੀ, ਚਲੋ ਠੀਕ ਹੈ ਲੈ ਜਿਓ, ਤੁਸੀਂ ਧਰਮ ਦਾ ਕੰਮ ਕਰਨਾ। ਬਾਣੀਏ ਦੀ ਹਾਂ ਤੇ ਉਹਨਾਂ ਪਿਓ ਪੁੱਤਰਾਂ ਨੇ ਜਦੋਂ ਸਤ ਸੰਗਤ ਕਰਨ ਗਏ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕਰ ਦਿੱਤੀ। ਕਹਿਣ ਲੱਗੇ, ਸੱਚੇ ਪਾਤਸ਼ਾਹ ਦਾਸਰਿਆਂ ਨੂੰ ਵਡਿਆਈ ਬਖਸ਼ੋ, ਚਰਨ ਪਾ ਕੇ ਗ੍ਰਹਿ ਨੂੰ ਪਵਿੱਤਰ ਕਰੋ, ਸਮੇਤ ਸੰਗਤ ਭੋਜਨ ਛਕਾਉਣਾ ਹੈ। ਆਪ ਜੀ ਤਰੀਕ ਦਿਨ ਵਾਰ ਸਾਨੂੰ ਦੱਸੋ ਕਿਹੜਾ? ਵਾਰੀ ਬੜੀ ਲੰਬੀ ਆ ਗਈ, ਤਕਰੀਬਨ ਮਹੀਨੇ ਬਾਅਦ ਵਾਰੀ ਆਈ ਵੀ ਇਸ ਤਰੀਕ ਨੂੰ ਤੁਹਾਨੂੰ ਲੰਗਰ ਮਿਲ ਜਾਵੇਗਾ। ਬੜੀ ਖੁਸ਼ ਨੇ, ਖੁਸ਼ੀ ਦਾ ਟਿਕਾਣਾ ਨਹੀਂ ਹੈ ਕੋਈ ਵੀ, ਕਿਉਂਕਿ ਮਨ ਦੀ ਇੱਛਾ ਸੀ ਸੰਗਤ ਨੂੰ ਗੁਰੂ ਸਮੇਤ ਪ੍ਰਸ਼ਾਦੇ ਛਕਾਈਏ, ਉਹ ਹੁਣ ਪੂਰੀ ਹੁੰਦੀ ਨਜ਼ਰ ਆਉਂਦੀ ਹੈ। ਬਾਣੀਏ ਨੇ ਵੀ ਹਾਂ ਕਰ ਦਿੱਤੀ ਹੈ ਤੇ ਗੁਰੂ ਸਾਹਿਬ ਜੀ ਨੇ ਵੀ ਕਿਰਪਾ ਕਰ ਦਿੱਤੀ, ਹਾਂ ਕਰ ਦਿੱਤੀ ਹੈ। ਥੋੜੇ ਜਿਹੇ ਦਿਨ ਲੰਘੇ, ਇੱਕ ਦਿਨ ਉਸ ਬਾਣੀਏ ਨੇ ਸੁਭਾਵਕ ਗੱਲ ਕਰ ਦਿੱਤੀ ਆਪਦੇ ਪਿਤਾ ਕੋਲ ਕਿ ਆ ਮੂਸਨ ਸੰਮਨ ਇਹਨਾਂ ਨੇ ਵੀ ਘਰੇ ਲੰਗਰ ਕਰਨਾ ਹੈ, ਸੰਗਤ ਨੂੰ ਛਕਾਉਣਾ ਲੰਗਰ, ਗੁਰੂ ਮਹਾਰਾਜ ਦਾ ਸਤਸੰਗ ਕਰਾਉਣਾ। ਕਿਹੜੇ ਮੂਸਨ ਸੰਮਨ ਦੀ ਗੱਲ ਕਰਦਾ? ਆਹ ਤਰਖਾਨ ਜਿਹੜੇ, ਇਹਨਾਂ ਦੀ ਔਕਾਤ ਲੰਗਰ ਛਕਾਉਣ ਦੀ ਹੈ? ਇਹਨਾਂ ਕੋਲ ਕੀ ਹੈ? ਆਪਣੇ ਘਰ ਵਿੱਚ ਤੇ ਰੋਟੀ ਨਹੀਂ ਪੱਕਦੀ, ਕਿੱਥੋਂ ਛਕਾਉਣਗੇ ਲੰਗਰ? ਉਹ ਬਾਣੀਆ ਆਪਣੇ ਪਿਤਾ ਨੂੰ ਕਹਿਣ ਲੱਗਾ, ਬਾਬੂ ਜੀ
ਮੇਰੇ ਨਾਲ ਗੱਲ ਕਰਕੇ ਗਏ ਨੇ, ਮੇਰੇ ਕੋਲੋਂ ਉਧਾਰ ਰਾਸ਼ਨ ਚੱਕਣਗੇ ਤੇ ਵਿਆਜ ਸਮੇਤ ਥੋੜੇ ਥੋੜੇ ਕਰਕੇ ਪੈਸੇ ਦੇ ਦੇਣਗੇ। ਪਿਤਾ ਕਹਿਣ ਲੱਗਾ, ਤੂੰ ਪਾਗਲ ਹੋ ਗਿਆ, ਕਿੱਥੋਂ ਦੇ ਦੇਣਗੇ ਉਹ? ਉਹਨਾਂ ਦੀ ਤੇ ਘਰ ਰੋਟੀ ਪੂਰੀ ਨਹੀਂ ਹੁੰਦੀ, ਤੈਨੂੰ ਕਿੱਥੋਂ ਦੇ ਦੇਣਗੇ? ਪਿਤਾ ਜੀ, ਮੈਂ ਵਾਅਦੇ ਨੂੰ ਗੋਲੀ ਮਾਰ, ਰਾਸ਼ਨ ਦੇ ਕੇ ਮੁੜ ਕੇ ਰਕਮ ਕਿੱਥੋਂ ਲੈਣੀ ਹੈ? ਜਵਾਬ ਦੇ ਉਹਨਾਂ ਨੂੰ। ਅੱਜ ਮੂਸਲ ਤੇ ਸੰਮਨ ਨੂੰ ਜਵਾਬ ਦੇ ਦਿੱਤਾ। ਥੋੜੇ ਦਿਨ ਰਹਿ ਗਏ ਨੇ, ਪ੍ਰਸ਼ਾਦਾ ਛਕਾਉਣ ਦਾ ਦਿਨ ਨੇੜੇ ਆ ਰਿਹਾ। ਬਾਣੀਏ ਨੇ ਜਵਾਬ ਦੇ ਦਿੱਤਾ ਕਿ ਭਾਈ ਮੈਂ ਰਾਸ਼ਨ ਨਹੀਂ ਦੇ ਸਕਦਾ, ਕੁਛ ਨਾ ਕੁਛ ਉਹਦੇ ਮੇਰੇ ਕੋਲ ਗਹਿਣੇ ਰੱਖੋ ਤੇ ਫਿਰ ਦੇ ਸਕਦਾ। ਗਹਿਣੇ ਰੱਖਣ ਨੂੰ ਕੋਲ ਕੁਛ ਨਹੀਂ ਹੈ। ਹੁਣ ਮੂਸਲ ਤੇ ਸੰਮਨ ਬੜੇ ਉਦਾਸ ਹੋ ਗਏ ਤੇ ਜਿਹੜਾ ਗੁਰੂ ਕਾ ਸਿੱਖ ਆ ਨਾ, ਉਹ ਗੁਰਬਾਣੀ ਪੜ੍ਹਦਾ ਹੈ ਤੇ ਗੁਰਬਾਣੀ ਪੜ੍ਹਦਿਆਂ ਉਹਨੂੰ ਇਹ ਗੱਲਾਂ ਸਭ ਦ੍ਰਿੜ ਹੋ ਜਾਂਦੀਆਂ ਨੇ। ਸੁਖ ਮੈਂ ਆਨ ਬਹੁਤ ਮਿਲ ਬੈਠ ਰਹਿਤ ਚਹੂੰ ਦਿਸ ਘੇਰੇ, ਵਿਪਤ ਭਰੀ ਸਭ ਹੀ ਸੰਗ ਛਾੜਤ ਕੋ ਨ ਆਵਤ ਨੇੜੇ। ਗੁਰਬਾਣੀ ਪੜ੍ਹਨ ਵਾਲੇ ਨੂੰ ਸਮਝ ਆ ਜਾਂਦੀ ਹੈ। ਦੁੱਖ ਮੈਂ ਮੀਤ ਨਾ ਦੇਖਿਓ ਕੋਈ, ਸਮਝ ਆ ਜਾਂਦੀ ਹੈ। ਤੇ ਫਿਰ ਦੁੱਖ ਵਿੱਚ ਜਦੋਂ ਉਹ ਗੁਰਸਿੱਖ ਹੁੰਦਾ, ਉਹਨੂੰ ਗੁਰਬਾਣੀ ਪੜ੍ਹਦਿਆਂ ਇਹ ਵੀ ਸਮਝ ਆ ਜਾਂਦੀ ਹੈ ਕਿ ਜਾਂ ਕੋ ਮੁਸ਼ਕਲ ਅਤ ਬਣੇ, ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾ, ਸਾਕ ਵੀ ਭੱਜ ਖਲੇ, ਸਭੋ ਭੱਜੇ ਆਸਰਾ, ਚੁੱਕੇ ਸਭ ਸਰਾਓ, ਚਿੱਤ ਆਵੇ ਉਸ ਪਾਰ ਬ੍ਰਹਮ, ਲੱਗੇ ਨਾ ਤੱਤੀ ਵਾਹ। ਜੇ ਪਾਰ ਬ੍ਰਹਮ ਪਰਮੇਸ਼ਰ ਚੇਤੇ ਆ ਜਾਵੇ ਤੇ ਫਿਰ ਤੇ ਤੱਤੀ ਵਾਹ ਨਹੀਂ ਲੱਗਦੀ। ਇਹ ਗੱਲਾਂ ਯਾਦ ਉਹਨੂੰ ਰਹਿ ਜਾਂਦੀਆਂ ਜਿਹੜਾ ਗੁਰਬਾਣੀ ਪੜ੍ਹਦਾ ਹੋਵੇ, ਗੁਰਬਾਣੀ ਸੁਣਦਾ ਹੋਵੇ, ਗੁਰਬਾਣੀ ਵਿਚਾਰਦਾ ਹੋਵੇ। ਇੱਕਦਮ ਕੰਨਾਂ ਦੇ ਵਿੱਚ ਗੁਰੂ ਦੀ ਬਾਣੀ ਗੂੰਜੀ, ਜਿਸ ਕਾ ਕਾਰਜ ਤਿਨ ਹੀ ਕੀਆ, ਮਾਨਸ ਕਿਆ ਵਿਚਾਰਾ ਰਾਮ। ਝੱਟ ਪੰਕਤੀਆਂ ਕੰਨਾਂ 'ਚ ਗੂੰਜੀਆਂ, ਕਰੇ ਕਰਾਵੇ ਆਪੇ ਆਪ, ਮਾਨਸ ਦੇ ਦੇ ਕਿਛ ਨਹੀਂ ਹਾਥ। ਮਨ ਡੋਲਿਆ, ਸੰਗਤ ਨੂੰ ਟਾਈਮ ਦਿੱਤਾ, ਗੁਰੂ ਸਾਹਿਬ ਜੀ ਨੂੰ ਜਾ ਕੇ ਬੇਨਤੀ ਕੀਤੀ ਆ, ਗੁਰੂ ਨੇ ਪ੍ਰਵਾਨ ਕੀਤੀ ਆ। ਹੁਣ ਇਹਨੀ ਬਾਣੀਏ ਨੇ ਜਵਾਬ ਦੇ ਦਿੱਤਾ। ਪਹਿਲਾਂ ਅਸੀਂ ਬਾਣੀਏ ਨਾਲ ਗੱਲ ਕੀਤੀ ਸੀ, ਜੇ ਉਦੋਂ ਜਵਾਬ ਦੇ ਦਿੰਦਾ ਤੇ ਅਸੀਂ ਇਹ ਕੰਮ ਨਾ ਕਰਦੇ। ਪਰ ਜਦੋਂ ਗੁਰਬਾਣੀ ਦਾ ਆਸਰਾ ਮਿਲਿਆ ਤੇ ਮਨ ਨੂੰ ਸਹਾਰਾ ਮਿਲ ਗਿਆ ਵੀ ਕਾਰਜ ਤੇ ਉਸਦਾ ਏ, ਜੇ ਵਡਿਆਈ ਦੇਣੀ ਹੈ ਤਾਂ ਵੀ ਉਸਨੇ, ਤੇ ਜੇ ਬਦਨਾਮੀ ਕਰਾਉਣੀ ਤਾਂ ਵੀ ਉਸਨੇ। ਸਭ ਕੁਝ ਤੇ ਉਹਦੇ ਹੱਥ ਵਿੱਚ ਹੈ। ਤੇ ਸਾਨੂੰ ਟੈਨਸ਼ਨ 'ਚ ਆਉਣ ਦੀ, ਚਿੰਤਾ 'ਚ ਆਉਣ ਦੀ ਕੀ ਲੋੜ ਹੈ? ਮੂਸਲ ਡੋਲਦਾ ਤੇ ਸੰਮਨ ਸਹਾਰਾ ਦਿੰਦਾ। ਪੁੱਤਰ, ਡੋਲਣ ਦੀ ਲੋੜ ਨਹੀਂ ਹੈ। ਜਿਸ ਗੁਰੂ ਨੇ ਸੇਵਾ ਪ੍ਰਵਾਨ ਕੀਤੀ ਆ, ਲੈ ਵੀ ਲਵੇਗਾ। ਜਿਹਨੇ ਇਹ ਸੇਵਾ ਪ੍ਰਵਾਨ ਕੀਤੀ ਆ ਨਾ ਵੀ ਹਾਂ ਤੁਹਾਡੇ ਗ੍ਰਹਿ ਵਿਖੇ ਪ੍ਰਸ਼ਾਦ ਛਕਣਗੀ, ਸੰਗਤ ਵੀ ਛਕੇਗੀ, ਅਸੀਂ ਵੀ ਛਕਾਂਗੇ, ਉਹ ਲੈ ਲੇਗਾ ਸੇਵਾ। ਕੋਈ ਵਿਧੀ ਬਣਾ ਦੇਗਾ। ਸਿਮਰਨ ਕਰੋ, ਪੂਰਾ ਪਰਿਵਾਰ ਸਮਾਧੀ ਲੀਨ ਹੋ ਗਏ, ਸਿਮਰਨ ਕਰਦੇ। ਸੁੱਧ ਬੁੱਧ ਕੋਈ ਨਹੀਂ ਰਹਿੰਦੀ, ਜੁੜੇ ਰਹਿੰਦੇ ਨੇ ਗੁਰਬਾਣੀ ਨਾਲ, ਗੁਰੂ ਨਾਲ। ਉਹਨਾਂ ਸਮਿਆਂ ਦੇ ਵਿੱਚ ਪਿੰਡਾਂ ਦੇ ਵਿੱਚ
ਕਿਸਾਨਾਂ ਦੀ ਸੇਪੀ ਕਰਦਾ ਸੀ। ਸੇਪੀ ਨੂੰ ਸੀਰ ਕਹਿੰਦੇ ਆ। ਕਿਸਾਨਾਂ ਦਾ ਸੀਰੀ ਸੀ ਤਰਖਾਣ। ਕਿਸੇ ਦੀ ਕਈ ਠੱਪ ਦਿੱਤੀ, ਕਿਸੇ ਦਾ ਕਸੀਆ ਠੱਪਤਾ, ਕਿਸੇ ਦੀ ਕੁਹਾੜੀ ਨੂੰ ਦਸਤਾ ਪਾ ਦਿੱਤਾ। ਉਦੋਂ ਹਲ ਵਾਹੁੰਦੇ ਸੀ ਤੇ ਸੱਬਲ ਵਾਲਾ ਹਲ ਹੁੰਦਾ ਸੀ ਤੇ ਉਹ ਤਿੱਖੀ ਕਰਨੀ ਪੈਂਦੀ ਸੀ, ਉਹ ਤਿੱਖੀ ਕਰਦੇ ਨਹੀਂ। ਇਹੋ ਜਿਹੇ ਕੰਮ ਕਿਸਾਨ ਦੇ ਛੋਟੇ ਮੋਟੇ, ਔਰ ਨਗਰ ਦੇ ਵੀ ਮੰਜੇ ਪੀੜੇ ਬਣਾਉਣੇ, ਪੁਰਾਣਿਆਂ ਨੂੰ ਰਿਪੇਅਰ ਕਰਨਾ। ਕੋਈ ਕਈ ਠਪਾਉਣ ਵਾਸਤੇ ਆਇਆ, ਉਹਨੇ ਆਵਾਜ਼ ਦਿੱਤੀ, ਉੱਠ ਕੇ ਬਾਹਰ ਆਏ। ਪੈਸੇ ਨਹੀਂ ਸੀ ਉਦੋਂ ਕੋਈ ਦਿੰਦਾ ਹੁੰਦਾ। ਜਦੋਂ ਹਾੜੀ ਸੌਣੀ ਆਉਣੀ ਤੇ ਕਣਕ ਦੇ ਦੇਣੀ, ਨਰਮਾ ਝੋਨਾ ਜੋ ਫਸਲ ਹੁੰਦੀ ਸੀ ਥੋੜਾ ਥੋੜਾ ਸਾਰਿਆਂ ਦੇ ਦੇਣਾ। ਸਾਡੇ ਕੋਲ ਸਾਡੇ ਵਡੇਰੇ ਜਿਹੜੇ ਸੀ ਇਹ ਮਿਸਤਰੀ ਦਾ ਕੰਮ ਕਰਦੇ ਸੀ, ਲੱਕੜ ਦਾ। ਤੇ ਸਾਡੇ ਕੋਲ ਜਦੋਂ ਪਾਕਿਸਤਾਨ ਚੋਂ ਮੇਰੇ ਦਾਦਾ ਜੀ ਨੇ ਆਏ ਤੇ 5 ਪਿੰਡਾਂ ਦੀ ਸੇਪੀ ਸੀ, 5 ਪਿੰਡਾਂ ਦੀ। ਅੱਜ ਵੀ ਉਹਨਾਂ ਪਿੰਡਾਂ ਦੇ ਬਜ਼ੁਰਗਾਂ ਨੂੰ ਜਾ ਕੇ ਕੁਝ ਦੱਸ ਦੇਣਗੇ। ਜਦੋਂ ਕਈ ਠਪਾਉਣ ਵਾਸਤੇ ਕਿਸਾਨ ਆਇਆ ਤੇ ਉਸਨੇ ਆਵਾਜ਼ ਮਾਰੀ, ਸੰਮਣ। ਆਵਾਜ਼ ਸੁਣੀ, ਬਾਹਰ ਆਇਆ। ਕਈ ਠੱਪਦਾ ਪਿਆ, ਚੁੱਪ ਕੀਤਾ। ਸੁਰਤ ਗੁਰੂ ਨਾਲ ਜੁੜੀ ਹੈ। ਤੇ ਉਧਰੋਂ ਉਹ ਜਿਹੜਾ ਕਈ ਠਪਾਉਣ ਵਾਸਤੇ ਆਇਆ ਨਾ, ਤਿੱਖੀ ਕਰਾਉਣ ਆਇਆ, ਉਹ ਕਹਿੰਦਾ, ਸੰਮਣ ਤੂੰ ਮਨਿਆਦੀ ਸੁਣੀ ਹੈ? ਸੰਮਣ ਕਹਿੰਦਾ, ਕਾਹਦੀ ਮਨਿਆਦੀ? ਮੈਂ ਤੇ ਨਹੀਂ ਸੁਣੀ। ਮੈਨੂੰ ਕਹਿੰਦਾ, ਤੈਨੂੰ ਨਹੀਂ ਪਤਾ? ਤੂੰ ਮਨਿਆਦੀ ਸੁਣੀ? ਕਹਿੰਦਾ ਕਿ ਨਹੀਂ। ਕਹਿੰਦਾ, ਸੂਬਾ ਲਾਹੌਰ ਨੇ ਮਨਿਆਦੀ ਕਰਵਾਈ ਹੈ। ਕੀ ਮਨਿਆਦੀ ਕਰਵਾਈ ਹੈ? ਕਹਿੰਦੇ ਜਿਹੜੀ ਆ 2 ਦਿਨ ਬਾਰਿਸ਼ ਪਈ ਨਾ, ਮੋਹਲੇ ਧਾਰ, ਇਹਦੇ ਨਾਲ ਜਿਹੜਾ ਚੌਥਾ ਬੁਰਜ ਸੀ ਲਾਹੌਰ ਦੇ ਕਿਲੇ ਦਾ, ਜਿਹਦੀਆਂ ਧੁੰਮਾਂ ਪਈਆਂ, ਜਿਹਦੀਆਂ ਹਿਸਟਰੀ ਵਿੱਚ ਗੱਲਾਂ ਹੁੰਦੀਆਂ ਨੇ, ਉਹ ਹਾਦਸਾ ਗ੍ਰਸਤ ਹੋ ਗਿਆ। ਉੱਪਰ ਦਰਖਤ ਸੀ, ਉਹ ਟਾਂ ਆਣ ਕੇ ਵੱਜਾ ਤੇ ਉਹਦੀ ਇੱਕ ਫਸੀਲ ਕਹਿੰਦੇ ਛੋਟੀ ਦੀਵਾਰ ਨੂੰ ਜਿਹੜੀ 3-3 ਫੁੱਟ ਉੱਤੇ ਹੁੰਦੀ ਹੈ। ਆਪਾਂ ਛੱਤ ਦੇ ਉੱਤੇ ਬਣਾਉਣੇ ਨੇ 4 ਸਵੇਰੇ ਵੀ ਬੱਚੇ ਨਾ ਡਿੱਗ ਪੈਣ ਜਾਂ ਹੋਰ ਕੋਈ ਸਪੋਰਟ ਬਣੀ ਰਹੇ, ਉਹਨੂੰ ਫਸੀਲ ਕਹਿੰਦੇ ਆ। ਉਹ ਫਸੀਲ ਢਹਿ ਗਈ ਹੈ, ਟੁੱਟ ਗਈ ਹੈ, ਨੁਕਸਾਨ ਹੋਇਆ ਕਾਫੀ। ਥੱਲੇ ਨਦੀ ਰਾਵੀ ਵਗਦੀ ਹੈ ਤੇ ਮਨਿਆਦੀ ਕੀਤੀ ਹੈ ਬਾਦਸ਼ਾਹ ਨੇ ਕਿ ਕੋਈ ਇਹਦੀ ਰਿਪੇਅਰ ਕਰੋ। ਜਿਹੜਾ ਰਿਪੇਅਰ ਕਰੇਗਾ ਮੂੰਹ ਮੰਗੀ ਕੀਮਤ ਮਿਲੇਗੀ ਤੇ ਇਨਾਮ ਜਿਹੜਾ ਹੈ ਉਹ ਵੱਖਰਾ ਮਿਲੇਗਾ। ਕਿਉਂਕਿ ਥੱਲੇ ਨਦੀ ਚੱਲਦੀ ਹੈ, ਨਦੀ ਬੜੀ ਗਹਿਰੀ ਚੱਲਦੀ ਹੈ, ਤੇਜ਼ ਬਹਾਵ, ਰੂਹ ਪਾਣੀ। ਉੱਪਰ ਉਹਦੀ ਬੁਰਜ ਦੀ ਮੁਰੰਮਤ ਕਰਨੀ ਹੈ। ਕੋਈ ਮਿਸਤਰੀ ਉਧਰ ਨੂੰ ਮੂੰਹ ਨਹੀਂ ਕਰਦਾ। ਯਾਦ ਰੱਖਣਾ, ਪੰਥ ਦੇ ਦੋਖੀਆਂ ਨੇ ਸੱਚਾਈ ਨੂੰ ਛੁਪਾ ਦਿੱਤਾ ਤੇ ਇਤਿਹਾਸ ਪ੍ਰਚਾਰ ਕਰ ਦਿੱਤਾ ਕਿ ਇਹ ਜਦੋਂ ਮੁੱਕਰ ਗਿਆ ਬਾਣੀਆਂ ਤੇ ਇਹ ਦੋਵੇਂ ਪਿਓ ਪੁੱਤਰ ਰਾਤ ਨੂੰ ਜਾ ਕੇ ਚੋਰੀ ਕਰਨ ਚਲੇ ਗਏ ਤੇ ਮੂਸਣ ਥੱਲੇ ਉਤਰਿਆ, ਉੱਤੋਂ ਸੰਨ ਲਾ ਕੇ ਮੋਰਾ ਕਰਕੇ ਰਾਸ਼ਨ ਕੱਢ ਲਿਆ ਤੇ ਉਹਦੇ ਕੋਲੋਂ ਬਾਹਰ ਨਹੀਂ ਨਿਕਲਿਆ ਜਾਂਦਾ। ਇਹ ਗੁਰੂ ਦੇ ਪਿਆਰਿਓ, ਫਿਰ ਉਹਦਾ ਸਿਰ ਵੱਢਣਾ ਪਿਆ ਵੀ ਇਲਜ਼ਾਮ ਲੱਗ ਜਾਏਗਾ ਚੋਰੀ ਦਾ, ਸਿਰ ਵੱਢਣਾ ਪਿਆ। ਇਹਦੀ ਕਦੀ ਅਸੀਂ ਵਿਚਾਰ ਕੀਤੀ ਵੀ ਤੁਹਾਡੇ ਪਿੰਡ ਦੇ ਜਿਹੜੇ ਨੌਜਵਾਨ ਮੁੰਡੇ ਨੇ ਔਰ ਉਹ ਜਿਹੜੇ ਸੇਪੀ ਕਰਦੇ, ਜਿਹਦੇ ਕੋਲ ਸਾਰਾ ਪਿੰਡ ਆਉਂਦਾ ਹੈ, ਕੋਈ ਕਈ ਕੁਹਾੜੀ ਲੈ ਕੇ ਸਾਰਾ ਪਿੰਡ, ਉਹ ਮੂਸਣ ਨੂੰ ਜਾਣਦਾ ਨਹੀਂ। ਉਹਦਾ ਸਿਰ ਵੱਢ ਕੇ ਵੀ ਲੈ ਜਾਓ, ਧੜ ਤੋਂ ਵੀ ਪਛਾਣ ਆ ਜਾਏਗੀ ਉਹਦੇ ਲੀੜੇ ਕੱਪੜੇ ਤਾਂ ਨਹੀਂ ਬਦਲ ਦਿੱਤੇ ਸੀ ਉਹਨੇ। ਉਹਨਾਂ ਸਮਿਆਂ ਦੇ ਵਿੱਚ ਤੇ ਇੱਕ ਹਾੜੀ ਤੇ ਸੂਟ ਸਵਾਉਂਦੇ ਸੀ ਤੇ ਇੱਕ ਸਾਉਣੀ ਤੇ ਸਵਾਉਂਦੇ ਸੀ।
ਇੱਕ ਹੀ ਸੂਟ ਨਾਲ ਸਾਰਾ ਸੀਜ਼ਨ ਲੰਘ ਜਾਂਦਾ ਸੀ। ਧੋਲਿਆ ਪਾਲਿਆ ਧੋਲਿਆ, ਦੋ ਵੀ ਨਹੀਂ ਸੀ ਹੁੰਦੇ। ਕੱਪੜਿਆਂ ਤੋਂ ਨਾ ਪਛਾਣ ਆਈ। ਉਸ ਤੋਂ ਅੱਗੇ ਗੁਰੂ ਨਾਨਕ ਸਾਹਿਬ ਜੀ ਦੀ ਸਾਖੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਭੂਮੇ ਨੂੰ ਪੁੱਛਿਆ, ਜਦੋਂ ਉਹਨੇ ਕਿਹਾ ਪ੍ਰਸ਼ਾਦਾ ਛਕਾਉਣਾ ਤੁਹਾਨੂੰ। ਮਹਾਰਾਜ ਕਹਿੰਦੇ ਕੰਮ ਕੀ ਕਰਦਾ, ਕਿਰਤ ਕੀ ਕਰਦਾ? ਉਹਨੇ ਕਿਹਾ ਵੀ ਮੈਂ ਚੋਰੀ ਕਰਦਾ। ਤੇ ਮਹਾਰਾਜ ਕਹਿੰਦੇ ਫਿਰ ਤੇਰੇ ਘਰੋਂ ਪ੍ਰਸ਼ਾਦਾ ਨਹੀਂ ਛਕਣਾ, ਤੂੰ ਚੋਰੀ ਕਰਦਾ, ਅਸੀਂ ਚੋਰੀ ਦਾ ਪ੍ਰਸ਼ਾਦਾ ਨਹੀਂ ਛਕਣਾ। ਤੇ ਉਸੇ ਗੱਦੀ ਦੇ ਵਾਰਿਸ ਪੰਜਵੇਂ ਪਾਤਸ਼ਾਹ ਸਮੇਤ ਸੰਗਤ ਚੋਰੀ ਦਾ ਪ੍ਰਸ਼ਾਦਾ ਛਕਣ ਕਿਵੇਂ ਚਲੇ ਗਏ? ਸਚਾਈ ਨੂੰ ਪੰਥ ਦੋਖੀਆਂ ਨੇ ਛਪਾ ਦਿੱਤਾ, ਕਿਉਂਕਿ ਇਹ ਕੁਰਬਾਨੀ, ਇਹ ਸੇਵਾ ਇੱਕ ਗਰੀਬ ਸ਼ੂਦਰ ਦਲਿਤ ਦੀ ਆ। ਹੁਣ ਜਦੋਂ ਇਹ ਗੱਲ ਸੁਣੀ ਨਾ ਵੀ ਮੂੰਹ ਮੰਗੀ ਕੀਮਤ ਤੇ ਇਨਾਮ ਮਿਲੇਗਾ, ਕੋਈ ਰਿਪੇਅਰ ਕਰ ਦੇ, ਚਾਅ ਚੜ ਗਿਆ, ਫਟਾਫਟ ਕਈ ਠੱਪ ਕੇ ਦਿੱਤੀ ਤੇ ਆਪਣੇ ਪੁੱਤਰ ਨੂੰ ਕਹਿਣ ਲੱਗਾ ਜਾ ਕੇ, ਕਹਿੰਦੇ ਖੁਸ਼ੀਆਂ ਮਨਾਓ, ਸਤਿਗੁਰੂ ਨੇ ਸਾਡੀ ਸੁਣ ਲਈ ਹੈ, ਲੰਗਰ ਹੋਏਗਾ, ਬੜੀ ਧੂਮ-ਧਾਮ ਨਾਲ ਹੋਏਗਾ, ਸਤਸੰਗਤ ਵੀ ਹੋਏਗਾ। ਸਤਿਗੁਰੂ ਨੇ ਪ੍ਰਬੰਧ ਕਰ ਦਿੱਤਾ। ਸਾਰੇ ਹੈਰਾਨ ਵੀ ਪ੍ਰਬੰਧ ਕਿੱਦਾਂ ਹੋ ਗਿਆ? ਮੂਸਾ ਨੂੰ ਕਹਿਣ ਲੱਗਾ ਚੱਲ ਬਾਣੀਏ ਕੋਲ ਚੱਲੀਏ। ਜਾ ਕੇ ਉਹਨੂੰ ਕਿਹਾ ਸੀ ਰਾਸ਼ਨ ਲੈਣਾ। ਕਹਿਣ ਲੱਗਾ ਤੁਹਾਨੂੰ ਮੈਂ ਕਿਹਾ ਸੀ ਨਾ ਕਿ ਮੈਂ ਨਹੀਂ ਦੇ ਸਕਦਾ ਉਧਾਰ। ਕਹਿੰਦੇ ਸਾਨੂੰ ਲਿਸਟ ਬਣਾ ਕੇ ਤੇ ਪੈਸੇ ਦੱਸ ਦੇ, ਕਿੰਨੇ ਪੈਸੇ ਲੱਗਣੇ ਰਾਸ਼ਨ ਦੇ। ਤੇਰੀ ਤਲੀ ਤੇ ਪਹਿਲਾਂ ਪੈਸੇ ਰੱਖਾਂਗੇ, ਬਾਅਦ ਵਿੱਚ ਰਾਸ਼ਨ ਚੱਕਾਂਗੇ। ਹੁਣ ਉਹਨੇ ਲਿਸਟ ਬਣਾ ਕੇ ਦੇ ਦਿੱਤੀ ਕਿ ਬਈ ਇੰਨੇ ਪੈਸੇ ਦਾ ਰਾਸ਼ਨ ਕਰਤਾ। ਸਿੱਧੇ ਲਾਹੌਰ ਦੇ ਕਿਲੇ ਚਲੇ ਗਏ। ਉਸ ਸੂਬੇਦਾਰ ਨੂੰ ਜਾ ਕੇ ਮਿਲੇ, ਬੇਨਤੀ ਕੀਤੀ ਅਸੀਂ ਰਿਪੇਅਰ ਕਰਾਂਗੇ ਇਸ ਬੁਰਜ ਦੀ। ਕਹਿਣ ਲੱਗਾ ਦੇਖ ਲਓ ਕਰ ਲੋਗੇ? ਕਹਿਣ ਲੱਗੇ ਜੀ ਕਰਾਂਗੇ। ਕੀ ਕੀਮਤ ਲੈਣੀ ਆ? ਉਹਨਾਂ ਨੇ ਉਹ ਜਿਹੜੀ ਲਿਸਟ ਸੀ ਨਾ ਅੱਗੇ ਰੱਖਤੀ। ਕਹਿੰਦੇ ਜੀ ਆ ਇੰਨੀ ਕੀਮਤ ਦੇ ਦਿਓ। ਕਹਿੰਦੇ ਤੇ ਕੁਛ ਵੀ ਨਹੀਂ ਗੀ, ਹੋਰ ਮੰਗੋ, ਬਹੁਤ ਸਾਰੀ ਕੀਮਤ ਦਿਆਂਗੇ, ਮੰਗੋ। ਕਹਿਣ ਲੱਗੇ ਜੀ ਨਹੀਂ ਇੰਨੀ ਲੈਣੀ। ਕਿਉਂ ਇੰਨੀ ਕਿਉਂ? ਕਹਿੰਦੇ ਜੀ ਅਸੀਂ ਲੰਗਰ ਕਰਨਾ ਹੈ ਗੁਰੂ ਨਾਨਕ ਦੀ ਸੰਗਤ ਦਾ, ਤੇ ਉਹਦੇ ਵਾਸਤੇ ਇਹ ਮਾਇਆ ਚਾਹੀਦੀ ਹੈ। ਤੇ ਉਹ ਸੂਬੇਦਾਰ ਮਾਸ਼ਾਅੱਲਾ ਮਾਸ਼ਾਅੱਲਾ, ਖੁਦਾ ਤੁਹਾਡੀ ਮੁਰਾਦ ਪੂਰੀ ਕਰੇ। ਉਹ ਬੁਰਜ ਦੀ ਮੁਰੰਮਤ ਕਰਦਿਆਂ ਜਿਹੜਾ ਮੂਸਲ ਸੀ ਨਾ ਉਹ ਡਿੱਗ ਪਿਆ, ਉਹਦੀ ਸੱਟ ਲੱਗ ਗਈ ਧੌਣ ਤੇ, ਸਿਰ ਵਿੱਚ ਇੱਥੇ ਸੱਟ ਲੱਗ ਗਈ ਤੇ ਉਹ ਕੋਮਾ 'ਚ ਚਲੇ ਗਿਆ, ਬੇਹੋਸ਼ ਹੋ ਗਿਆ। ਦਿਨ ਆ ਗਿਆ, ਉਹ ਮੁਰੰਮਤ ਹੋ ਗਈ, ਇਨਾਮ ਵੀ ਮਿਲਿਆ ਉਹਨਾਂ ਨੂੰ, ਉਸ ਦੀ ਦਵਾਈ ਬੂਟੀ ਦਾ ਪੈਸਾ ਵੀ ਮਿਲਿਆ, ਸ਼ਾਹੀ ਵੈਦ ਉਹਦਾ ਇਲਾਜ ਵੀ ਕਰ ਰਿਹਾ ਹੈ, ਲੇਕਿਨ ਬੱਚਾ ਹੋਸ਼ ਵਿੱਚ ਨਹੀਂ ਆ ਰਿਹਾ, ਨੌਜਵਾਨ ਬੱਚਾ ਹੈ। ਇਧਰ ਲੰਗਰ ਦਾ ਦਿਨ ਆ ਗਿਆ, ਸੰਗਤ ਦਾ ਆਉਣ ਦਾ ਦਿਨ ਆ ਗਿਆ। ਸੋਚਿਆ ਵੀ ਜੇ ਪੁੱਤਰ ਦਾ ਵਿਯੋਗ ਪੇਸ਼ ਕਰਾਂਗਾ ਤੇ ਸੇਵਾ ਵਿੱਚ ਵਿਘਨ ਪਏਗਾ। ਅੰਦਰਲੀ ਕੋਠੜੀ 'ਚ, ਚੁਬਾਰੇ ਉਹਨਾਂ ਕੋਲ ਵਿਚਾਰਿਆਂ ਕੋਲ ਕਿੱਥੇ ਸੀ? ਅੰਦਰਲੀ ਕੋਠੜੀ, ਕੋਠੇ ਦੇ ਪਿੱਛੇ ਕੋਠਾ ਹੁੰਦਾ ਸੀ, ਸੁਭਾਅ ਦੇ ਪਿੱਛੇ ਸੁਭਾਅ, ਉੱਥੇ ਉਹਦਾ ਮੰਜਾ ਲੱਗਾ ਏ, ਬੇਹੋਸ਼ ਪਿਆ ਏ। ਆਪ ਸਾਰਾ ਪਰਿਵਾਰ ਸੇਵਾ ਕਰਦੇ ਪਏ ਨੇ। ਜਦੋਂ ਲੰਗਰ ਛਕਣ ਲੱਗੇ, ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ ਸੰਮਨ ਬੇਟਾ ਮੂਸਾ ਨਹੀਂ ਨਜ਼ਰ ਆ ਰਿਹਾ। ਸੰਮਨ ਕਹਿਣ ਲੱਗਾ ਸਤਿਗੁਰੂ ਜੀ ਉਹ ਸੁੱਤਾ ਪਿਆ ਹੈ। ਉਹ ਗੁਰੂ ਕਾ ਸਿੱਖ ਸੇਵਾ ਨੂੰ ਬੜਾ ਕਾਹਲਾ ਤਤਪਰ ਰਹਿੰਦਾ ਸੀ, ਸੁੱਤਾ ਕਿਉਂ ਪਿਆ? ਆਵਾਜ਼ ਮਾਰ ਉਹਨੂੰ, ਘਰੇ ਸੰਗਤ ਆਈ ਹੈ, ਚਲ ਬੁਲਾ ਉਹਨੂੰ। ਮਹਾਰਾਜ ਉਹ ਬੜੀ ਗਹਿਰੀ ਨੀਂਦ ਵਿੱਚ ਹੈ, ਉੱਠਦਾ ਨਹੀਂ ਹੈ। ਕਿਉਂ ਨਹੀਂ ਉੱਠਦਾ? ਬੁਲਾਓ। ਸਤਿਗੁਰੂ ਤੁਸੀਂ ਉਠਾ ਸਕਦੇ ਹੋ, ਤੁਸੀਂ ਬੁਲਾਓ।
सतगुरु सच्चे पातशाह जी गए, जाके अंदर वेखिया वो कौमां च आ। उस टाइम बारिशां दा करके, बेमौसमिया बारिशां दा करके महामारी फैली हुई सी ते सतगुरु सच्चे पातशाह जी उस महामारी दे इलाज वास्ते संगतां दी मदद, मनुखता दी मदद वास्ते लाहौर गए हुए सन। बड़ी सेवा की सतगुरां ने, इलाज नाल भी, लंगर पानी नाल भी, जिन्हां दे घर घुर ढह गए सी घर भी बना दिते। वैद नाल सी सतगुरां दे। सारी गल हकीकत समझ आ गई भी वो बुरज की सेवा करदियां, मरम्मत करदियां डिग गया, सट लग गई, कौमा च आ। सतगुरां ने चरण छो बख्शिश की, दवाई दी, वो बच्चा होश में आ गया। मूसन नूं होश आ गई, समन सतगुरां दे चरणों ते ढह पिया। कहन लगा जी ये तुसी किरपा की, साडी वस विच नहीं सी। उस टाइम सतगुरु गुरु अर्जन देव जी महाराज ने समन नूं समझाया, गुरसिੱਖੀ दा उपदेश ते उदाहरण दी रावण दी। सब तो पहला भारत दे विच जे इंसाफ कीता रावण नाल ते गुरु साहब ने कीता, गुरु अर्जन देव जी ने रावण दी उदाहरण दी है। सम्मन जो इस प्रेम की दमकै होती साठ, रावण होते सरंक नह, जिन सिर दीने काट, जिन सिर दीनो काट। ऐ सम्मन जे दमड़ियां दे नाल गुरसिੱਖੀ मिलदी ते रावण नूं 10 वारी अपना सिर वड्ड के शिव जी नूं भेंट करन दी की लोड़ सी। ये तो खेड ही सिर नाल बनदी है। जो तो प्रेम खेलन का चाओ, सिर धर तली गली मिलिया। ये तो खेड ही सम्मन सिर दिते तो बनती है। जे जान बचाउंदा रहे, सिर बचाउंदा रहे, मत बचाउंदा रहे तो ये खेड नहीं बनती। इसलिए सानू गुरु नूं अपना सिर देना चाहिए। सिर का मतलब ये नहीं वड्ड के अगे रखना। सिर का मतलब हुंदा इहनूं, सिर नूं इंग्लिश विच कहंदे हैड। हैड इहनूं क्यों कहंदे आ? क्योंकि इत्थे आ दिमाग ते सारे शरीर का संचालन जिहड़ा है वो इत्थों ऑर्डर हुंदा है दिमाग चों। ते महाराज जी कहंदे जदों बुराइयां वल ये मन जांदा, शरीर जांदा, ऑर्डर ते इत्थों हुंदा ना दिमाग चों, बुद्धि चों। ये बुद्धि, ये दिमाग गुरु के चरणों च भेंट करते ते गुरु मत लै ला। हुण ऑर्डर गुरु का लिया कर, संसार विच विचरण वास्ते, कार विहार करने वास्ते। मन की मत ना लिया कर, गुरु की मत लिया कर, फिर खेड बननी। महाराज सच्चे पातशाह जी ने यह गल समझाई है। तिस ही गुण तिन ही प्रभ जाता, सच्चे पातशाह जी समझाउंदे। ऐ बंदिया, ये जड़ा तन आ ये अपना नहीं है, तो फिर गर्व किस चीज का? गर्व ना कर। इस चीज नूं दृढ़ कर ले कि मेरा मुझ में किछ नहीं, जो किछ है सो तेरा। जो परमेश्वर भावै